ਔਰ ਮਾਡਰਨ ਜਿਹੜੇ ਨੇ ਸ਼ਸਤਰ ਅਭਿਆਸ ਦੇ ਕੇਂਦਰ ਜਿਹਨੂੰ ਸ਼ੂਟਿੰਗ ਰੇਂਜਾਂ ਕਹਿੰਦੇ ਨੇ ਉਹ ਵੀ ਕਾਇਮ ਕੀਤੀਆਂ ਜਾਣ। ਕੋਈ ਹਰਜ ਨਹੀਂ ਹੈ ਸਾਧ ਸੰਗਤ। ਸ਼ੂਟਿੰਗ ਰੇਂਜ ਪਿੰਡਾਂ 'ਚ ਬਣ ਜਾਵੜ। ਉਹ ਪਿੰਡਾਂ 'ਚ ਤਾਂ ਸਕੂਲ ਨਹੀਂ ਚੱਜ ਦੇ ਬੱਚਿਆਂ ਦੇ ਪੜ੍ਹਾਉਣ ਲਈ। ਸ਼ੂਟਿੰਗ ਰੇਂਜ ਬਣਾ ਦੋ। ਕਦੇ ਕੀਤਾ ਵੀ? ਤੁਹਾਡੀ ਪੰਜਾਬੀ ਬੋਲੀ ਵਿੱਚ 30 ਸਾਲ ਤੱਕ ਇੱਥੇ ਹੋ ਗਏ ਪੜ੍ਹਾਈ ਜਾਂਦੇ। ਗੁਰੂਆਂ ਦਾ ਸਾਰਾ ਵੱਖਰਾ ਇੱਥੇ ਜਿਹੜਾ ਸਕੂਲ ਐਜੂਕੇਸ਼ਨ ਬੋਰਡ ਹੈ ਪੰਜਾਬ ਦਾ ਹੀ, ਜਿਹਦੇ ਤੇ ਅਕਾਲੀ ਚ ਵੀ ਇੱਥੇ ਐਜੂਕੇਸ਼ਨ ਮਿਨਿਸਟਰ ਰਹੇ ਆ ਸਾਰਾ ਲੰਬਾ ਸਮਾਂ, 15 ਸਾਲ ਉਹਨਾਂ ਨੇ ਰਾਜ ਕੀਤਾ। ਉਹਦੇ ਵਿੱਚ ਗੁਰੂਆਂ ਨੂੰ ਕਈ ਥਾਈਂ ਗੁਰੂ ਤੇਗ ਬਹਾਦਰ ਜੀ ਨੂੰ ਚੋਰ ਲੈਵਲ ਤੇ ਦੱਸਿਆ ਜਾਂਦਾ, ਕਈ ਵਾਰੀ ਲੁਟੇਰੇ ਲੈਵਲ ਤੇ ਪੇਸ਼ ਕੀਤਾ। ਕਿਤਾਬਾਂ 'ਚ ਲਿਖਿਆ ਪਿਆ ਸਾਰਾ ਕੁਝ। ਹੁਣ ਤਾਂ ਉਹਦੇ ਤੇ ਪ੍ਰੋਟੈਸਟ ਹੋਇਆ ਲੋਕਾਂ ਨੂੰ। ਇਹ ਤਾਂ ਗੁਰੂਆਂ ਦੀ ਇੱਥੇ ਸਹੀ ਹਿਸਟਰੀ ਨਹੀਂ ਲਿਖਾ ਸਕੇ। ਇਹ ਜਥੇਦਾਰ ਨੂੰ ਪਤਾ ਨਹੀਂ ਸਕੂਲ ਖਾਲੀ ਪਏ ਆ, ਲੋਕਾਂ ਦੇ ਬੁਰੇ ਹਾਲ ਹੈ, ਕਿਸਾਨ ਆਤਮ ਹੱਤਿਆਵਾਂ ਕਰ ਰਹੇ ਆ ਤੇ ਸਾਰਾ ਹਜੇ ਤੱਕ ਲਗਾਤਾਰ ਚੱਲ ਰਹੀਆਂ ਸਾਰਾ ਕੁਝ। ਇਹੋ ਜਿਹੇ ਹਾਲਾਤ ਇਹਨੂੰ ਦਿਖਾਈ ਨਹੀਂ ਦਿੰਦੇ। ਸਿੱਖਾਂ ਨੂੰ ਨੱਪਣਾ ਹੈ, ਸਿੱਖਾਂ ਨੂੰ ਕੁੱਟਣਾ ਹੈ, ਸਿੱਖਾਂ ਨੂੰ ਦੱਬਣਾ ਹੈ, ਆਰਥਿਕ ਤੌਰ ਤੇ ਕਮਜ਼ੋਰ ਕਰਨਾ ਹੈ, ਸਮਾਜਿਕ ਤੌਰ ਤੇ ਕਮਜ਼ੋਰ ਕਰਨਾ ਹੈ, ਧਾਰਮਿਕ ਤੌਰ ਤੇ ਕਮਜ਼ੋਰ ਕਰਨਾ ਹੈ ਔਰ ਰਾਜਨੀਤਿਕ ਤੌਰ ਤੇ ਵੀ ਕਮਜ਼ੋਰ ਕਰਨਾ ਹੈ। ਇਹ ਨੀਤੀਆਂ 1947 'ਚ ਹੀ ਬਣ ਗਈਆਂ ਸੀ। ਜਦੋਂ ਫਿਰ ਸੰਤ ਰੂਪ ਭਿੰਡਰਾਂ ਨੂੰ ਤੁਸੀਂ ਕਿਉਂ ਨਿੰਦੇ ਸੀ? ਸਾਰੇ ਅਕਾਲੀ ਦਲ ਨੇ ਉਹਨੂੰ ਸਾਰਾ ਉਹਦੀ 20 ਸਾਲ ਤਾਂ 30 ਸਾਲ ਤਾਂ ਉਹਦੀ ਮੈਮੋਰੀਅਲ ਨਹੀਂ ਬਣਾਉਣ ਦਿੱਤਾ, ਯਾਦਗਾਰ ਨਹੀਂ ਬਣਾਉਣ ਦਿੱਤੀ ਦਰਬਾਰ ਸਾਹਿਬ ਦੇ ਵਿੱਚ। 20 ਸਾਲਾਂ ਦੇ ਬਾਅਦ ਜਦੋਂ ਉਹਦਾ ਟਕਸਾਲ ਦਾ ਮੁਖੀ ਉਹਦੇ ਨਾਲ ਜੁੜ ਗਿਆ ਤਾਂ ਉਹ ਬਣਾਉਣ ਦੇਤੀ। ਅਕਾਲੀ ਦਲ ਦਾ ਉਹ ਦੇ ਵੋਟ ਬੈਂਕ ਦੇ ਨਾਲ ਜੁੜ ਗਿਆ ਜਾਂ ਵੋਟ ਬੈਂਕ ਦੇ ਨਾਲ ਉਹ ਸਾਰਾ ਕੁਛ। ਇਹ ਸਾਰੇ ਜਿਹੜੇ ਪੋਲੀਟਿਕਸ ਹੈ, ਇਹ ਪੋਲੀਟਿਕਸ ਕਮ ਸੇ ਕਮ ਅਕਾਲ ਤਖਤ ਜਥੇਦਾਰ ਦੇ ਰਾਹੀਂ ਨਹੀਂ ਆਉਣੀ ਚਾਹੀਦੀ। ਇਹ ਕਿਹੜੇ ਇਹ ਸਬਜ਼ ਬਾਗ ਦਿਖਾ ਰਿਹਾ ਜਥੇਦਾਰ ਨੂੰ ਧਰਤੀ ਤੇ ਪੈਰ ਰੱਖਣੇ ਚਾਹੀਦੇ ਆ ਤੇ ਧਰਤੀ ਤੇ ਉੱਤੇ ਜ਼ਮੀਨ ਉੱਤੇ ਬੈਠ ਜਿਹੜੀ ਸੱਚਾਈ ਆ ਉਸੇ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਚਾਹੀਦਾ। ਜਿਹੜੇ ਦੂਸਰੇ ਲੋਕ ਹੈ ਉਹ ਲੁਕ ਛਿਪ ਕੇ ਜਿਹੜੇ ਹੈ ਆਪਣੇ ਲੋਕਾਂ ਨੂੰ ਹਥਿਆਰਾਂ ਦੀ ਟ੍ਰੇਨਿੰਗ ਦੇ ਰਹੇ ਹੈ, ਸ਼ਸਤਰਾਂ ਦੀ ਟ੍ਰੇਨਿੰਗ ਦੇ ਰਹੇ ਹੈ। ਅਸੀਂ ਲੁਕ ਛਿਪ ਕੇ ਨਹੀਂ ਦੇਵਾਂਗੇ, ਅਸੀਂ ਸ਼ਰੇਆਮ ਦੇਵਾਂਗੇ, ਖੁੱਲ੍ਹੇਆਮ ਦੇਵਾਂਗੇ। ਵੀ ਸਭ ਤੋਂ ਪਹਿਲਾਂ ਬੰਦਿਆਂ ਨੂੰ ਕਿਹਾ ਜਾਵੇ ਵੀ ਤੁਸੀਂ ਸਿੱਖ ਬਣੋ, ਸਾਰਾ ਚੰਗੇ ਸਿੱਖ ਬਣੋ, ਕਿਰਦਾਰ ਵਾਲੇ ਬਣੋ, ਇਮਾਨਦਾਰ ਸਿੱਖ ਬਣੋ, ਮਿਹਨਤ ਮਸ਼ੱਕਤ ਕਰਨ ਵਾਲੇ ਸਿੱਖ ਬਣੋ, ਗੁਰੂ ਘਰ ਵਾਲੇ ਉਹ ਸਿੱਖ ਬਣੋ ਜਿਨ੍ਹਾਂ ਨੇ ਧਰਮ ਤੇ ਜਿਹੜੀ ਸਿੱਖ ਜਿਹੜੀ ਰਹਿਣੀ ਸਹਿਣੀ ਉਹਦੇ ਨਾਲ ਜੁੜੋ। ਇਹਦਾ ਫਰਜ਼ ਇਹ ਬਣਦਾ ਸਿੱਧਾ ਹੀ ਪਹਿਲਾਂ ਹਥਿਆਰ ਬਣੋ। ਹੋਰ ਬੰਦੇ ਲੁਕ ਛੁਪ ਕੇ ਹਥਿਆਰਾਂ ਦੀ ਟ੍ਰੇਨਿੰਗ ਦੇ ਰਿਹਾ ਅਸੀਂ ਸਿੱਧੀ ਦੇਵਾਂਗੇ। ਤੁਸੀਂ RSS ਦੀ ਗੱਲ ਕਰਦੇ ਹੋ ਤੇ RSS ਦੀ ਨਕਲ ਕਰੋਗੇ ਹਥਿਆਰਾਂ ਦੀ ਟ੍ਰੇਨਿੰਗ ਦੇਣ ਦੀ। ਪੰਜਾਬ ਦੀ ਇਸ ਧਰਤੀ ਦੇ ਉੱਤੇ ਈਸਾਈਅਤ ਦਾ ਪ੍ਰਚਾਰ ਜਿਹੜਾ ਹੈ ਬੜੇ ਜ਼ੋਰ ਸ਼ੋਰ ਦੇ ਨਾਲ ਚਲਾਇਆ ਜਾ ਰਿਹਾ ਹੈ। ਪੰਜਾਬ ਦੇ ਅੰਦਰ ਪਿੰਡ ਚਰਚਾਂ ਬਣ ਰਹੀਆਂ ਔਰ ਮਸੀਤਾਂ ਬਣ ਰਹੀਆਂ। ਇਹ ਬਹੁਤ ਭੈੜੇ ਤਰੀਕੇ ਨਾਲ ਪੇਸ਼ ਕਰ ਰਿਹਾ ਵੀ ਪਿੰਡ ਮਸੀਤ ਬਣ ਰਹੀ ਹੈ, ਪਿੰਡ ਚਰਚ ਬਣ ਰਿਹਾ। ਕੋਈ ਇਹੋ ਜਿਹੀ ਗੱਲਬਾਤ ਨਹੀਂ ਹੋ ਰਹੀ। ਮਸਜਿਦਾਂ ਨਵੀਆਂ ਨਹੀਂ ਬਣ ਰਹੀਆਂ। ਸਾਰੀ ਦੀ ਸਾਰੀ ਜਿਹੜੀ ਪ੍ਰਚਾਰ ਹੈ, ਜਿਹੜਾ ਅਕਾਲ ਤਖਤ ਨੇ ਅੱਜ ਦਾ ਸੁਨੇਹਾ ਦਿੱਤਾ, ਅਕਾਲ ਤਖਤ ਦੇ ਜਥੇਦਾਰ ਨੇ, ਇਹ ਸਾਰਾ BJP ਦੀ ਲਾਈਨ ਹੈ। ਦਲ ਤੋਂ ਹੋਰ ਕੀ ਕਰਨ? ਤੁਸੀਂ ਤਾਂ ਪਿੰਡਾਂ ਦੇ ਵਿੱਚ ਸਾਰੇ ਜਿਹੜੇ ਪੈਸੇ ਵਾਲੇ ਬੰਦੇ ਆ ਉਹਨਾਂ ਦਾ ਕਬਜ਼ਾ ਗੁਰਦੁਆਰਿਆਂ ਤੇ, ਉਹਨਾਂ ਨੂੰ ਗੁਰਦੁਆਰੇ ਥਾਂ ਮਿਲੇ, ਉਹਨਾਂ ਨੂੰ ਬਰਾਬਰ ਦਾ ਸਨਮਾਨ ਮਿਲੇ, ਨਹੀਂ ਤਾਂ ਹੋਰ ਕਿਸੇ ਧਰਮ 'ਚ ਜਾਣਗੇ। ਜਿੱਥੋਂ ਤੱਕ ਮਸਜਿਦਾਂ ਦੀ ਸਵਾਲ ਹੈ, ਕਾਸਟ ਵਿਰੁੱਧ, ਜਾਤ ਪਾਤ ਵਿਰੁੱਧ ਜਿਹੜਾ ਉਹ ਤਾਂ ਜਾਤ ਪਾਤ ਦਾ ਕਿੰਨਾ ਵਿਤਕਰਾ ਸਮਝੀ ਜਾਂਦੇ ਦਲਿਤ। ਇਹ ਕਹਿੰਦੇ ਜਾਤ ਪਾਤ ਹੈ ਹੀ ਨਹੀਂ, ਪੰਥ ਨੂੰ ਤੋੜਦੇ ਹੋ ਤੁਸੀਂ। ਜਾਤ ਪਾਤ ਦਾ ਨਾਂ ਨਹੀਂ ਲੈਂਦੇ। ਜਾਤ ਪਾਤ ਉੱਥੇ ਆਪਰੇਟ ਕਰ ਰਹੀ ਹੈ ਪਿੰਡਾਂ ਦੇ ਵਿੱਚ। ਤੁਸੀਂ ਗੁਰਦੁਆਰਿਆਂ ਦੇ ਵਿੱਚੋਂ ਜੇ ਮਜ਼ਦੂਰਾਂ ਦੇ, ਇਹ ਨਹੀਂ ਇੱਕ ਦਿਨ ਵੀ ਬੋਲਿਆ ਵੀ ਮਜ਼ਦੂਰਾਂ ਦੀ ਜਿਹੜਾ ਰੇਟ ਹੈ, ਦਿਹਾੜੀ ਦੀ ਦਰ ਹੈ, ਉਹ ਗੁਰਦੁਆਰੇ 'ਚੋਂ ਕੌਣ ਹੁੰਦੇ ਤੁਸੀਂ ਗੁਰਦੁਆਰੇ 'ਚੋਂ ਉਸ ਦਾ ਫਿਕਸ ਕਰਕੇ ਤੇ ਉੱਥੇ ਅਨਾਉਂਸ ਕਰਨ ਵਾਲੇ? ਆਪਣੇ ਆਪ ਨੂੰ ਪ੍ਰੋਟੈਕਟ ਕਰਨ ਵਾਸਤੇ ਕਿ ਹਥਿਆਰ ਰੱਖਣਾ ਠੀਕ ਹੈ ਕਿ ਗਲਤ ਹੈ? ਤੁਹਾਡੇ ਹੱਥ ਵਿੱਚ ਜਿਹੜਾ ਕੜਾ ਪਾਇਆ ਜਾਂਦਾ ਸਿੱਖ ਦੇ ਹੱਥ ਵਿੱਚ, ਉਹ ਇਸੇ ਦਾ ਸਿੰਬਲ ਹੈ ਵੀ ਤੁਸੀਂ ਧਰਮ ਨਾਲ ਵਰਤਣਾ। ਕਿਰਪਾਨ ਕਿਰਪਾ ਲਈ ਹੈ, ਕਰਪੀ ਕਿਸੇ ਤੇ ਕਿਰਪਾ ਦਾ ਉਹ ਪਾਤਰ ਹੈਗੀ, ਉਹ ਕਿਸੇ ਤੇ ਹਮਲੇ ਦਾ ਪਾਤਰ ਨਹੀਂ, ਹਮਲੇ ਦਾ ਸਿੰਬਲ ਨਹੀਂ ਹੈ। ਜਿਹੜੀ ਕਿਰਪਾਨ ਵੀ ਹੈ, ਦੇਗ ਵੀ ਹੈ, ਸਾਰੀ ਗੱਲ ਦਾ ਦੇਗ ਵੀ ਹੈ, ਸਾਰੀਆਂ ਗੱਲਾਂ ਜੁੜੀਆਂ ਹੋਈਆਂ। ਜਦੋਂ ਸਾਡੇ ਨੌਜਵਾਨ ਇਸ ਕਾਬਲ ਬਣ ਗਏ ਕਿ ਦੁਨੀਆ ਦੇ ਮੁਲਕਾਂ ਦੇ ਵਿੱਚ ਜਾ ਕੇ ਉਹਨਾਂ ਦੀਆਂ ਇਕਨੋਮੀਆਂ ਦੱਬ ਲਈਆਂ ਤੇ ਸਾਡਾ ਰਾਜ ਜਿਹੜਾ ਹੈ ਦੁਨੀਆ ਦੀ ਕੋਈ ਤਾਕਤ ਜਿਹੜੀ ਹੈ ਉਹ ਰੋਕ ਨਹੀਂ ਸਕੂਗੀ। ਬਾਹਰ ਜਾ ਕੇ ਉੱਥੇ ਦੁਨੀਆ ਦੀ ਇਕਨੋਮੀ ਤੇ ਕਬਜ਼ਾ ਕਰ ਲਓ। ਇੱਥੋਂ ਬਾਹਰ ਜਾ ਕੇ ਫਿਰ ਉੱਥੇ ਜਦੋਂ ਇਕਨੋਮੀ ਤੇ ਕਬਜ਼ਾ ਹੋ ਗਿਆ ਤੇ ਫਿਰ ਤੁਹਾਨੂੰ ਕਿਹੜਾ ਬੁਲਾ ਸਕੂ? ਫਿਰ ਤੁਹਾਡਾ ਰਾਜ ਹੋ ਜੂ ਦੁਨੀਆ 'ਚ। ਆਪਦੇ ਆਲੇ ਦੁਆਲੇ ਵਾਲੇ ਸਾਰੇ ਲੋਕਾਂ ਦਾ ਦੇਖ ਲਿਆ ਨਾ ਉਹ ਸਮਾਜ ਦਾ ਹਾਲ ਕੀ ਹੈ, ਉਸ ਦਲਿਤ ਸਮਾਜ ਦਾ ਕੀ ਹਾਲ ਹੈ। ਸਾਰੇ ਬੰਦੇ ਭੱਜਣਗੇ, ਸਾਰੇ ਜਾਣਗੇ, ਕ੍ਰਿਸਚਨ ਬਣਨਗੇ, ਬਲਕਿ ਜਿਸ ਤਰੀਕੇ ਦੀ ਕਰਪਸ਼ਨ
ਸ਼੍ਰੋਮਣੀ ਗੁਰਦੁਆਰਾ ਕਮੇਟੀ ਤੇ ਹੈ। ਪੰਜਾਬ ਨਿਊਜ਼ 'ਤੇ ਤੁਹਾਡਾ ਸਭ ਦਾ ਸਵਾਗਤ ਹੈ। ਅਕਾਲ ਤਖਤ ਦੇ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਇੱਕ ਸਪੀਚ ਦਿੱਤੀ ਹੈ ਜਿਸ ਵਿੱਚ ਕਾਫੀ ਕੁਝ ਦੱਸਿਆ ਉਹਨਾਂ ਨੇ। ਸਭ ਤੋਂ ਪਹਿਲਾਂ ਉਹਨਾਂ ਨੇ ਗੱਲ ਕੀਤੀ ਇਕਨੋਮਿਕ ਦੀ ਕਿ ਸਿੱਖ ਨੌਜਵਾਨ ਪੰਜਾਬ ਦੀ ਧਰਤੀ ਤੋਂ ਸਿੱਖ ਕੇ ਦੁਨੀਆ ਦੀ ਇਕਨੋਮਿਕ ਉੱਤੇ ਕਾਬੂ ਪਾਉਣ। ਦੂਸਰੀ ਉਹਨਾਂ ਨੇ ਗੱਲ ਕੀਤੀ ਹੈ ਮਾਡਰਨ ਹਥਿਆਰਾਂ ਦੀ ਟ੍ਰੇਨਿੰਗ ਦਿੱਤੀ ਜਾਊਗੀ ਖੁੱਲ੍ਹੇਆਮ। ਉਹ ਤੀਸਰੀ ਉਹਨਾਂ ਨੇ ਗੱਲ ਕੀਤੀ ਹੈ ਜਿਸ ਤਰੀਕੇ ਦੇ ਨਾਲ ਪੂਰੇ ਪੰਜਾਬ ਦੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਗੀਤ ਨੂੰ ਜਾਂ ਬਾਕੀ ਧਰਮਾਂ ਨੂੰ ਅਪਣਾਇਆ ਜਾ ਰਿਹਾ ਹੈ ਉਹ ਕਿੰਨਾ ਕੁ ਸਹੀ ਹੈ। ਕਿ ਜਥੇਦਾਰ ਸਾਹਿਬ ਨੇ ਜੋ ਗੱਲਾਂ ਕਹੀਆਂ ਨੇ ਉਹ ਬਿਲਕੁਲ ਠੀਕ ਨੇ ਕਿ ਇਸ ਉੱਪਰ ਮੋਹਰ ਲਗਾ ਕੇ ਜੋ ਬਾਕੀ ਬੁੱਧੀਜੀਵੀ ਨੇ ਜਾਂ ਸਿੱਖ ਨੇ ਉਹ ਸਹੀ ਮੰਨਦੇ ਨੇ। ਅਤੇ ਸਾਡੇ ਨਾਲ ਮੌਜੂਦ ਨੇ ਜਸਪਾਲ ਸਿੰਘ ਸਿੱਧੂ। ਜਸਪਾਲ ਸਿੰਘ ਸਿੱਧੂ ਉਹ ਸ਼ਖਸ ਨੇ ਜਿਨ੍ਹਾਂ ਨੇ 1984 ਦੇ ਵਿੱਚ ਉਸ ਦੌਰ ਵਿੱਚ ਪੱਤਰਕਾਰ ਰਹੇ। ਪੱਤਰਕਾਰ ਦੇ ਨਾਲ ਨਾਲ ਇਹਨਾਂ ਨੇ ਅਖਬਾਰਾਂ ਵਿੱਚ ਖਬਰਾਂ ਵੀ ਦਿੱਤੀਆਂ, ਅਖਬਾਰਾਂ ਵਿੱਚ ਖਬਰਾਂ ਵੀ ਛਪੀਆਂ ਕਿ ਇਸ ਤਰੀਕੇ ਦੇ ਨਾਲ 84 ਦਾ ਉਹ ਦੌਰ ਗੁਜ਼ਰਿਆ। ਕਿਤਾਬਾਂ ਵੀ ਲਿਖੀਆਂ 84 ਦੇ ਉਸ ਦੌਰ ਵਿੱਚ। ਅਤੇ ਅੱਜ ਗੱਲਬਾਤ ਕਰਾਂਗੇ ਜੋ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਸਪੀਚ ਦਿੱਤੀ ਹੈ ਕਿੰਨੀ ਕੁ ਸਹੀ ਹੈ ਜਾਂ ਕਿੰਨੀ ਕੁ ਉਹ ਵਾਜਬ ਹੈ। ਜਸਪਾਲ ਸਿੰਘ ਸਿੱਧੂ ਸਾਡੇ ਨਾਲ ਨੇ। ਸਰ ਬਹੁਤ ਬਹੁਤ ਸਵਾਗਤ ਹੈ ਪੰਜਾਬ ਨਿਊਜ਼ 'ਤੇ। ਧੰਨਵਾਦ। ਪਹਿਲਾਂ ਮੇਰਾ ਸਵਾਲ ਹੈ ਕਿ ਕੁਝ ਦਿਨ ਪਹਿਲਾਂ ਹਥਿਆਰ ਦੇ ਉੱਤੇ ਜਥੇਦਾਰ ਸਾਹਿਬ ਬੋਲੇ, ਕਿਹਾ ਉਹਨਾਂ ਨੇ ਵੀ ਹਥਿਆਰ ਹਰ ਇੱਕ ਸਿੱਖ ਨੂੰ ਲਾਇਸੈਂਸ ਰੱਖਣਾ ਚਾਹੀਦਾ। ਹੁਣ ਉਹ ਕਹਿ ਰਹੇ ਨੇ ਕਿ ਟ੍ਰੇਨਿੰਗ ਅਸੀਂ ਖੁੱਲ੍ਹੇਆਮ ਦੇਵਾਂਗੇ। ਇਕਨੋਮਿਕ ਦੀ ਵੀ ਗੱਲ ਕੀਤੀ ਉਹਨਾਂ ਨੇ, ਮਸੀਤ ਦੀ ਵੀ ਗੱਲ ਕੀਤੀ, ਦੂਸਰੇ ਪਾਸੇ ਧਰਮ ਦੀ ਵੀ ਉਹਨਾਂ ਨੇ ਕਈਆਂ ਦੀ ਰੈਫਰੈਂਸ ਵੀ ਦਿੱਤਾ ਕਿ ਸਾਨੂੰ ਉਸ ਪਾਸੇ ਨਹੀਂ ਜਾਣਾ ਚਾਹੀਦਾ। ਹਥਿਆਰਾਂ ਦੀ ਗੱਲ ਕਰੀਏ ਕਿ ਬਿਲਕੁਲ ਸਹੀ ਹੈ ਮਾਡਰਨ ਹਥਿਆਰ ਦੀ ਸਿਖਲਾਈ ਲੈਣੀ ਪੈਣੀ ਹੈ ਜਾਂ ਮਾਡਰਨ ਹਥਿਆਰ ਦੀ ਸਿਖਲਾਈ ਦੇਣ ਵਿੱਚ ਕਿਸੇ ਵੀ ਪਾਸੋਂ ਗੁਰੇਜ਼ ਨਹੀਂ ਕੀਤਾ ਜਾ ਸਕਦਾ। ਦੇਖੋ ਜਥੇਦਾਰ ਨੇ ਜਿਹੜੀ ਗੱਲਬਾਤ ਇੱਕ ਦਰਬਾਰ ਸਾਹਿਬ ਦੀ ਜਿਹੜੀ ਅਸੀਂ ਬਰਸੀ ਮਨਾ ਰਹੇ ਹਾਂਗੇ ਹਮਲੇ ਦੀ, ਫੌਜੀ ਹਮਲੇ ਦੀ, ਉਹਦੇ ਉੱਤੇ ਜਿਹੜਾ ਸੰਦੇਸ਼ ਦਿੱਤਾ ਉਹ ਬੜਾ ਭਾਵੁਕ ਹੋ ਕੇ ਦਿੱਤਾ, ਬੜਾ ਗਰਮ ਹੋ ਕੇ ਦਿੱਤਾ। ਅਤੇ ਜਿਹਦੇ ਵਿੱਚ ਕੁਛ ਸ਼ਬਦ ਹੈ, ਕੁਛ ਗੱਲਾਂ ਬਾਤਾਂ ਬੜੀਆਂ ਟੇਢੇ ਮੇਢੇ ਤਰੀਕੇ ਨਾਲ ਕਹੀਆਂ ਗਈਆਂ ਜਿਹਦੇ ਬੜੇ ਭੁਲੇਖੇ ਲੱਗਦੇ ਆ। ਪਹਿਲੀ ਗੱਲ ਤਾਂ ਉਹ ਕਹਿ ਰਿਹਾ ਵੀ ਉਹ ਖਾਲਿਸਤਾਨ ਦਾ ਸ਼ਬਦ ਨਹੀਂ ਲੈਂਦਾ, ਪਰ ਉਹ ਕਹਿ ਰਿਹਾ ਵੀ ਖਾਲਿਸਤਾਨ ਦੀ ਗੱਲ ਅਸੀਂ ਸਿਮਰਜੀਤ ਮਾਨ ਸਿੰਘ ਤਾਂ ਸਿੱਧੇ ਓਪਨਲੀ ਕਹਿ ਰਿਹਾ ਅਤੇ ਅਸੀਂ ਦਬਮੀ ਆਵਾਜ਼ 'ਚ ਕਹਿ ਰਹੇ ਹਾਂ। ਇਹਨੂੰ ਪੁੱਛਿਆ ਜਾਵੇ ਵੀ ਉਹ ਉਹੀ ਪਾਰਟੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਕਬਜ਼ਾ ਕਰੀ ਬੈਠੀ ਹੈ, ਜਿਹਦੇ ਰਾਹੀਂ ਇਹ ਅਪੁਆਇੰਟ ਹੋਇਆ, ਜਿਹੜੀ ਅਜੇ ਵੀ ਭਾਜਪਾ ਨਾਲ ਜੁੜਿਆ ਹੋਇਆ ਅਕਾਲੀ ਦਲ ਹੈ, ਉਹ ਸਾਰਾ ਇਸ ਗੱਲ 'ਤੇ ਖੜ੍ਹਾ ਹੈ ਕਿ ਨਹੀਂ? ਉਹ ਬਿਲਕੁਲ ਇਸ ਗੱਲ 'ਤੇ ਨਹੀਂ, ਉਹਦੇ ਵਿਰੁੱਧ ਲੜ ਰਿਹਾ। ਕਿੰਨੇ ਸਾਲ ਉਸ ਨੇ ਸਾਰਾ ਜਿਹੜਾ ਬੀਜੇਪੀ ਦਾ ਏਜੰਡਾ, ਰਾਸ਼ਟਰਵਾਦੀ ਏਜੰਡਾ, ਉਹਨੂੰ ਤਾਂ ਇੱਥੇ ਪੰਜਾਬ 'ਚ ਲਾਗੂ ਕੀਤਾ। ਉਸ ਰਾਸ਼ਟਰਵਾਦੀ ਏਜੰਡੇ ਦੇ ਥੱਲੇ ਇਹਨਾਂ ਦਿਨਾਂ ਵਿੱਚ ਇੱਥੇ ਉਹ ਪੁਲਿਸ ਅਫਸਰਾਂ ਨੂੰ, ਸੈਣੀ ਵਰਗਿਆਂ ਨੂੰ ਇਹਨਾਂ ਨੇ ਵੱਡੇ ਅਹੁਦੇ 'ਤੇ ਰੱਖਿਆ, ਤਾਇਨਾਤ ਕੀਤਾ, ਜਿਨ੍ਹਾਂ ਨੇ ਸਿੱਖ ਨੌਜਵਾਨਾਂ ਦਾ ਜਿਹੜੇ ਝੂਠੇ ਮੁਕਾਬਲੇ ਕੀਤੇ ਆ। ਹੁਣ ਇਹ ਸਾਰੀ ਗੱਲ ਨੂੰ ਲੋਕ ਕਿਵੇਂ ਭੁੱਲ ਜਾਣਗੇ ਵੀ ਗਰਮੇ ਨੇ ਬਿਆਨ ਦਿੱਤਾ ਅਤੇ ਹੁਣ ਇਹਨਾਂ ਨੂੰ ਸਾਰਿਆਂ ਨੂੰ ਪਤਾ ਵੀ ਇਹਦੇ ਪਿੱਛੇ ਕੀ ਗੱਲ ਹੈ ਅਤੇ ਕਿਉਂ ਇਹ ਬੁਲਾਇਆ ਜਾ ਰਿਹਾ ਹੈ। ਦੂਜੀ ਗੱਲ ਇਹ ਵੀ ਪਹਿਲੀ ਗੱਲ ਤਾਂ ਇਹ ਵੀ ਹਜੇ ਤੱਕ ਸਾਰੀ ਗੱਲ ਐਸੇ ਲੈਵਲ 'ਤੇ ਖੜ੍ਹੀ ਹੈ ਵੀ ਕਿਸੇ ਨੇ ਵੀ ਅਕਾਲ ਤਖਤ ਦੇ ਉੱਤੋਂ ਜਾਂ ਜਥੇਦਾਰ ਅਕਾਲ ਤਖਤ ਨੇ ਕਦੇ ਵੀ ਅੱਜ ਤੋਂ ਪਹਿਲਾਂ ਜਾਂ ਤਾਂ ਓਪਨ ਲੈਵਲ 'ਤੇ ਸਪੋਰਟ ਕਰੇ ਖਾਲਿਸਤਾਨ ਨੂੰ। ਇਹ ਟੇਢੇ ਬਿੰਗੇ ਜਿਹੜੇ ਕਰਕੇ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਹੈ, ਇਹ ਆਪਣੇ ਆਪ ਵਿੱਚ ਗਲਤ ਹੈ। ਦੂਜਾ ਜਿਹੜਾ ਕਰ ਰਿਹਾ ਜ਼ਿਆਦਾ, ਇਹਦੇ ਨਾਲ ਪਹਿਲਾਂ ਹੀ ਸੈਂਟਰ ਹੈ ਜਿਹੜਾ ਕਿ ਨਾ ਇਹੋ ਜਿਹੀਆਂ ਗਰਮ ਗੱਲਾਂ ਕਹਿ ਕੇ ਅਤੇ ਸਿੱਖਾਂ ਨੂੰ, ਮਿਨੋਰਿਟੀ ਨੂੰ ਟਾਰਗੇਟ ਕਰਨ ਦੇ ਚੱਕਰ 'ਚ ਹੈ। ਅਤੇ ਉਹ ਕਸ਼ਮੀਰੀਆਂ ਨੂੰ, ਇਹਨਾਂ ਨੂੰ ਕਰਕੇ ਇਹ ਟਾਰਗੇਟ ਕਰਕੇ ਉਹ ਆਪਣਾ 24 ਦੀਆਂ ਚੋਣਾਂ ਤੱਕ ਸਾਰਾ ਆਪਦਾ ਵੋਟ ਬੈਂਕ ਖੜ੍ਹਾ ਕਰਨਾ ਚਾਹੁੰਦੇ ਆ। ਦੂਜੀ ਗੱਲ ਸਭ ਤੋਂ ਜ਼ਿਆਦਾ ਜਿਹੜੀ ਟੇਢੀ ਗੱਲ ਕੀਤੀ, ਪਿੰਡਾਂ 'ਚ ਸ਼ੂਟਿੰਗ ਰੇਂਜ ਕਰ ਦਿਓ, ਮਾਡਰਨ ਹਥਿਆਰਾਂ ਦੀ ਗੱਲ ਦੱਸੋ ਵੀ ਇਹੋ ਜਿਹੀ ਸ਼ੂਟਿੰਗ ਰੇਂਜ, ਇਹੋ ਜਿਹੇ ਮਾਡਰਨ ਹਥਿਆਰ। ਤੁਸੀਂ ਧਰਮ ਦੀ ਗੱਲ ਕਰੋ, ਧਰਮ ਨੂੰ ਕਹੋ ਵੀ ਲੋਕ ਕਿਰਦਾਰ ਤੋਂ ਬਗੈਰ ਜੇ ਕੋਈ ਕਿਸੇ ਕੋਲ ਹਥਿਆਰ ਆ ਗਿਆ, ਅਖਲਾਕ ਤੋਂ ਬਗੈਰ, ਨੈਤਿਕਤਾ ਤੋਂ ਬਗੈਰ, ਧਰਮ ਤੋਂ ਬਗੈਰ, ਦਇਆ ਤੋਂ ਬਗੈਰ ਕਿਸੇ ਕੋਲ ਹਥਿਆਰ ਆ ਗਿਆ ਤਾਂ ਉਹ ਗੁੰਡਾ ਅਤੇ
ਗੈਂਗਸਟਰ ਹੀ ਬਣ ਸਕਦਾ, ਗੈਂਗ ਹੀ ਬਣ ਸਕਦਾ। ਆ ਜਿਹੜਾ ਹੁਣ ਹੋ ਰਿਹਾ ਸਾਰਾ ਕੁਝ ਇੱਥੇ ਵਰਤਾਰਾ ਪੰਜਾਬ ਦੇ ਵਿੱਚ, ਗੈਂਗ ਆਪਸ ਵਿੱਚ ਦੀ ਲੜ ਰਹੇ ਆ, ਫਿਰ ਹਥਿਆਰ ਇਹੀ ਕੰਮ ਕਰਨਗੇ। ਫਿਰ ਇੱਥੇ ਕੋਈ ਸਿੱਖੀ ਲਈ ਕੰਮ ਨਹੀਂ ਹੋਊਗਾ, ਨਾ ਸਿੱਖਾਂ ਦੀ ਗੱਲ ਹੋਊ। ਇਸ ਕਰਕੇ ਜ਼ਰੂਰੀ ਹੈ ਵੀ ਸਭ ਤੋਂ ਪਹਿਲਾਂ ਬੰਦਿਆਂ ਨੂੰ ਕਿਹਾ ਜਾਵੇ ਵੀ ਤੁਸੀਂ ਸਿੱਖ ਬਣੋ, ਸਾਰਾ ਚੰਗੇ ਸਿੱਖ ਬਣੋ, ਕਿਰਦਾਰ ਵਾਲੇ ਬਣੋ, ਇਮਾਨਦਾਰ ਸਿੱਖ ਬਣੋ, ਮਿਹਨਤ ਮਸ਼ੱਕਤ ਕਰਨ ਵਾਲੇ ਸਿੱਖ ਬਣੋ, ਗੁਰੂ ਘਰ ਵਾਲੇ ਉਹ ਸਿੱਖ ਬਣੋ ਜਿਨ੍ਹਾਂ ਨੇ ਧਰਮ ਤੇ ਜਿਹੜੀ ਸਿੱਖ ਜਿਹੜੀ ਰਹਿਣੀ ਸਹਿਣੀ ਉਹਦੇ ਨਾਲ ਜੁੜੋ। ਇਹਦਾ ਫਰਜ਼ ਇਹ ਬਣਦਾ ਸਿੱਧਾ ਹੀ ਪਹਿਲਾਂ ਹਥਿਆਰ ਬਣੋ। ਹੋਰ ਬੰਦੇ ਲੁਕ ਛੁਪ ਕੇ ਹਥਿਆਰਾਂ ਦੀ ਟ੍ਰੇਨਿੰਗ ਦੇ ਰਹੇ, ਅਸੀਂ ਸਿੱਧੀ ਦੇਵਾਂਗੇ। ਤੁਸੀਂ RSS ਦੀ ਗੱਲ ਕਰਦੇ ਹੋ ਤੇ RSS ਦੀ ਨਕਲ ਕਰੋਗੇ ਹਥਿਆਰਾਂ ਦੀ ਟ੍ਰੇਨਿੰਗ ਦੇਣ ਦੀ। ਉਹ ਤਾਂ ਟ੍ਰੇਨਿੰਗ ਦੇ ਰਹੇ ਆ ਜਦੋਂ ਉਹਨਾਂ ਕੋਲੇ ਸੱਤਾ ਉੱਥੇ ਦਿੱਲੀ ਦੀ, ਤੇ ਨਾਲੇ ਉਹ ਹਿੰਦੂ ਰਾਸ਼ਟਰ ਬਣਾਉਣ ਜਾ ਰਹੇ ਆ। ਉਹਨਾਂ ਦਾ ਸਿੱਧਾ RSS ਲੋਕੇ ਨਹੀਂ ਕਰਦੇ, ਉਹਨਾਂ ਨੇ ਹਿੰਦੂ ਰਾਸ਼ਟਰ ਬਣਾਉਣਾ, ਹਥਿਆਰਾਂ ਨਾਲ ਬਣਾਉਣਾ, ਮਨੋਰਿਟੀ ਨੂੰ ਟਾਰਗੇਟ ਕਰਨਾ। ਪਰ ਸਿੱਖਾਂ ਦਾ ਤਾਂ ਇਹ ਇਸ਼ੂ ਹੀ ਨਹੀਂ ਹੈ। ਸਿੱਖਾਂ ਦਾ ਸਰਬੱਤ ਦੇ ਭਲੇ ਦੀ ਗੱਲ ਕਿੱਥੇ ਜਾਏਗੀ? ਸਰਬੱਤ ਦੇ ਭਲੇ ਦੀ ਗੱਲ ਹੈ। ਸਿੱਖਾਂ ਦੇ ਤਾਂ ਵਿੱਚ ਨਾ ਕੋਈ ਕਨਵਰਸ਼ਨ ਹੈ, ਦੂਜੇ ਪਾਸੇ ਸਾਰਾ ਕੁਛ ਜਿਹੜਾ ਇਹ ਬਹੁਤ ਭੈੜੇ ਤਰੀਕੇ ਨਾਲ ਪੇਸ਼ ਕਰ ਰਿਹਾ ਵੀ ਪਿੰਡ ਮਸੀਤ ਬਣ ਰਹੀ ਹੈ, ਪਿੰਡ ਚਰਚ ਬਣ ਰਿਹਾ। ਕੋਈ ਇਹੋ ਜਿਹੀ ਗੱਲਬਾਤ ਨਹੀਂ ਹੋ ਰਹੀ। ਚਰਚਾਂ ਦਾ ਜੇ ਚਰਚ ਥੋੜ੍ਹਾ ਕਣਾ ਜਿਹੜੇ ਬਾਰਡਰ ਏਰੀਆ ਵਿੱਚ ਚਰਚ ਆਏ ਹੈ ਜਾਂ ਕੋਈ ਪ੍ਰਸਾਰ ਹੋਇਆ, ਉਹਦਾ ਕਾਰਨ ਇਹ ਹੋਇਆ ਵੀ ਉੱਥੇ ਸਿੱਖੀ ਦਾ ਪ੍ਰਚਾਰ ਬਹੁਤ ਘੱਟ ਹੈ। SGPC ਦਾ ਕੋਈ ਰੋਲ ਨਹੀਂ ਕੀਤਾ ਜਿੱਥੇ ਬੈਠੇ ਹੋ। SGPC ਆਪਣੇ ਰੋਲ ਤੋਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਤੋਂ ਤਾਂ ਬਿਲਕੁਲ ਮੁਨਕਰ ਹੋਈ ਆ, ਪੋਲੀਟਿਕਸ ਕਰਦੀ ਹੈ। ਉਹ ਤਾਂ ਇੱਕ ਤਰ੍ਹਾਂ ਦੀ ਇੱਕ ਕਾਰਪੋਰੇਸ਼ਨ ਬਣੀ ਹੋਈ ਆ ਬਾਦਲ ਪਰਿਵਾਰ ਦੀ। ਇਸ ਕਰਕੇ ਤੁਸੀਂ ਉਹ ਨਹੀਂ ਦਿਖਾਈ ਦਿੰਦਾ, ਤੇ ਬਾਕੀ ਇਹਨਾਂ ਨੂੰ ਇਹ ਦਿਸ ਰਿਹਾ ਹੈਗਾ ਸਾਰਾ ਵੀ ਤੁਸੀਂ ਜੀ ਸਿੱਖੀ ਦਾ ਪ੍ਰਚਾਰ ਕਿੱਥੇ ਆ। ਜਦੋਂ ਸਿੱਖੀ ਦਾ ਪ੍ਰਚਾਰ ਨਹੀਂ, ਦਲਿਤ ਆ ਜਿਹੜੇ ਲੋਕ, ਤੁਹਾਨੂੰ ਦਲਿਤ ਉਹ ਹੋਰ ਕੀ ਕਰਨ? ਤੁਸੀਂ ਤਾਂ ਪਿੰਡਾਂ ਦੇ ਵਿੱਚ ਸਾਰੇ ਜਿਹੜੇ ਪੈਸੇ ਵਾਲੇ ਬੰਦੇ ਆ ਉਹਨਾਂ ਦਾ ਕਬਜ਼ਾ ਗੁਰਦੁਆਰਿਆਂ 'ਤੇ, ਉਹਨਾਂ ਨੂੰ ਗੁਰਦੁਆਰੇ ਥਾਂ ਮਿਲੇ, ਉਹਨਾਂ ਨੂੰ ਬਰਾਬਰ ਦਾ ਸਨਮਾਨ ਮਿਲੇ, ਨਹੀਂ ਤਾਂ ਹੋਰ ਕਿਸੇ ਧਰਮ 'ਚ ਜਾਣਗੇ। ਜਿੱਥੋਂ ਤੱਕ ਮਸਜਿਦਾਂ ਦੀ ਸਵਾਲ ਹੈ, ਕਾਸਟ ਵਿਰੁੱਧ, ਜਾਤ ਪਾਤ ਵਿਰੁੱਧ ਜਿਹੜਾ, ਉਹ ਤਾਂ ਜਾਤ ਪਾਤ ਦਾ ਕਿੰਨਾ ਵਿਤਕਰਾ ਸਮਝੀ ਜਾਂਦੇ ਦਲਿਤ। ਇਹ ਕਹਿੰਦੇ ਜਾਤ ਪਾਤ ਹੈ ਹੀ ਨਹੀਂ, ਪੰਥ ਨੂੰ ਤੋੜਦੇ ਹੋ ਤੁਸੀਂ। ਜਾਤ ਪਾਤ ਦਾ ਨਾਂ ਨਹੀਂ ਲੈਂਦੇ, ਜਾਤ ਪਾਤ ਉੱਥੇ ਆਪਰੇਟ ਕਰ ਰਹੀ ਹੈ ਪਿੰਡਾਂ ਦੇ ਵਿੱਚ। ਤੁਸੀਂ ਗੁਰਦੁਆਰਿਆਂ ਦੇ ਵਿੱਚੋਂ ਜੇ ਮਜ਼ਦੂਰਾਂ ਦੇ, ਇਹ ਨਹੀਂ ਇੱਕ ਦਿਨ ਵੀ ਬੋਲਿਆ ਵੀ ਮਜ਼ਦੂਰਾਂ ਦੀ ਜਿਹੜਾ ਰੇਟ ਹੈ, ਦਿਹਾੜੀ ਦੀ ਦਰ ਹੈ, ਉਹ ਗੁਰਦੁਆਰੇ 'ਚੋਂ ਕੌਣ ਹੁੰਦੇ ਤੁਸੀਂ ਗੁਰਦੁਆਰੇ 'ਚੋਂ ਉਸ ਦਾ ਫਿਕਸ ਕਰਕੇ ਤੇ ਉੱਥੇ ਅਨਾਊਂਸ ਕਰਨ ਵਾਲੇ? ਗੁਰਦੁਆਰੇ ਦੇ ਲਾਊਡ ਸਪੀਕਰ ਤੋਂ ਜਾਂ ਗੁਰਦੁਆਰੇ ਦਾ ਜਿਹੜਾ ਸਿਸਟਮ ਹੈ ਉਹ ਉਹ ਗੁਰੂ ਗ੍ਰੰਥ ਸਾਹਿਬ ਦੇ ਕੋਲੇ ਪਿਆ, ਉੱਥੋਂ ਅਨਾਊਂਸਮੈਂਟਾਂ ਕਰਦੇ ਹੋ ਵੀ ਤੁਸੀਂ ਅਸੀਂ ਹੁਣ 300 ਰੁਪਏ ਰੋਜ਼ ਦੀ ਦਿਹਾੜੀ ਦੇਵਾਂਗੇ, 400 ਦੇਵਾਂਗੇ, ਜਾਂ ਅਸੀਂ 3000 ਰੁਪਈਆ ਦੇਵਾਂਗੇ ਝੋਨਾ ਲਾਉਣ ਦਾ ਏਕੜ ਦਾ। ਤੁਸੀਂ ਕੌਣ ਹੋ? ਤੁਸੀਂ ਇਹਦੇ ਵਿਰੁੱਧ ਨਹੀਂ ਬੋਲਦਾ। ਜਿੱਥੇ 30% ਤੁਹਾਡੇ 'ਚ 25% ਦਲਿਤ ਹੈ, ਉਹਨਾਂ ਦਾ ਹਾਲ ਤਾਂ ਪੁੱਛ ਕੇ ਦੇਖੋ ਕੀ ਹੈ। ਇਸ ਕਰਕੇ ਇਹ ਜਿਹੜਾ ਬਿਲਕੁਲ ਗਲਤ ਕਰ ਰਹੇ ਆ। ਗੁਰਦੁਆਰਿਆਂ ਦਾ ਮਿਸਯੂਜ਼ ਹੈ। ਇਹ ਸਿਰਫ ਜਿਹੜੀ ਮਿਡਲ ਕਲਾਸ ਹੈ, ਜਿਹੜੀ ਜ਼ਮੀਨਾਂ ਵਾਲੀ ਥੋੜ੍ਹੀ ਜਿਹੀ ਕਲਾਸ ਹੈ, ਉਹਨੂੰ ਖੁਸ਼ ਕਰਨ ਲਈ, ਉਹਨਾਂ ਨੂੰ ਖੁਸ਼ ਕਰਨ ਲਈ ਇਹੋ ਜਿਹੇ ਬਿਆਨ ਦਿੱਤੇ ਜਾਂਦੇ ਆ। ਅਤੇ ਜਿਹੜਾ ਧਰਮ ਹੈ, ਸਿੱਖ ਧਰਮ ਹੈ, ਉਹ ਕਿਰਤੀਆਂ ਦਾ ਧਰਮ ਹੈ, ਮਿਹਨਤਕਸ਼ਾਂ ਦਾ ਧਰਮ ਹੈ, ਲੋਕਾਂ ਦਾ ਧਰਮ ਹੈ, ਥੱਲੇ ਵਾਲੇ ਬੰਦਿਆਂ ਦਾ ਧਰਮ। ਇਹਨਾਂ ਦਾ ਧਰਮ ਹੀ ਨਹੀਂ ਜਿਨ੍ਹਾਂ ਦੀ ਖਾਤਰ ਇਹ ਬੋਲ ਰਿਹਾ। ਸਰ ਹੁਣ ਅਹਿਮ ਸਵਾਲ ਹੈ ਕਿ ਜੋ ਹਥਿਆਰਾਂ ਦੀ ਗੱਲ ਹੋਈ ਹੈ, ਪਹਿਲਾਂ ਗੱਲ ਹੋਈ ਲਾਇਸੈਂਸੀ ਹਥਿਆਰ ਰੱਖਣੇ ਚਾਹੀਦੇ ਨੇ ਹਰ ਇੱਕ ਸਿੱਖ ਨੂੰ, ਹੁਣ ਕਹਿੰਦੇ ਅਸੀਂ ਓਪਨ ਟ੍ਰੇਨਿੰਗ ਦੇਵਾਂਗੇ। ਜੇ ਦੂਸਰੇ ਪਾਸੇ ਤੁਸੀਂ ਹਿੰਦੂਤਾ ਦੀ ਗੱਲ ਕਰ ਰਹੇ ਹੋ ਵੀ ਚਲੋ ਉਹਨਾਂ ਦੀ ਸੱਤਾ ਵਿੱਚ ਸਰਕਾਰ ਹੈਗੀ ਹੈ, ਉਹ ਕਰ ਰਹੇ ਨੇ, ਫਿਰ ਇਹ ਠੀਕ ਹੈ ਕਿ ਗਲਤ ਹੈ? ਆਪਣੇ ਆਪ ਨੂੰ ਪ੍ਰੋਟੈਕਟ ਕਰਨ ਵਾਸਤੇ ਕਿ ਹਥਿਆਰ ਰੱਖਣਾ ਠੀਕ ਹੈ ਕਿ ਗਲਤ ਹੈ? ਹਥਿਆਰ ਰੱਖਣਾ ਸਿੱਖੀ ਦੇ ਨਾਲ ਇੰਟੈਗਰੇਟ ਪਾਰਟ ਹੈ, ਪਰ ਹਥਿਆਰ ਚੱਲਦਾ ਕਿੱਥੇ ਹੈ? ਹਥਿਆਰ ਵਰਤਣਾ ਕਿਵੇਂ ਹੈ? ਹਥਿਆਰ ਦੇ ਉੱਤੇ ਧਰਮ ਦਾ ਕੁੰਡਾ ਚਾਹੀਦਾ, ਧਰਮ ਦੀ ਰੋਕ ਚਾਹੀਦੀ ਹੈ। ਤੁਹਾਡੇ ਹੱਥ ਵਿੱਚ ਜਿਹੜਾ ਕੜਾ ਪਾਇਆ ਜਾਂਦਾ ਸਿੱਖ ਦੇ ਹੱਥ ਵਿੱਚ, ਉਹ ਇਸੇ ਦਾ ਸਿੰਬਲ ਹੈ ਵੀ ਤੁਸੀਂ ਧਰਮ ਨਾਲ ਵਰਤਣਾ। ਕਿਰਪਾਨ ਕਿਰਪਾ ਲਈ ਹੈ, ਕਰਪੀ ਕਿਸੇ ਤੇ ਕਿਰਪਾ ਦਾ ਉਹ ਪਾਤਰ ਹੈਗੀ, ਉਹ ਕਿਸੇ ਤੇ ਹਮਲੇ ਦਾ ਪਾਤਰ ਨਹੀਂ, ਹਮਲੇ ਦਾ ਸਿੰਬਲ ਨਹੀਂ ਹੈ। ਜਿਹੜੀ ਕਿਰਪਾਨ ਵੀ ਹੈ, ਤੇਗ ਵੀ ਹੈ, ਸਾਰੀ ਗੱਲ ਦਾ ਦੇਗ ਵੀ ਹੈ, ਸਾਰੀਆਂ ਗੱਲਾਂ ਜੁੜੀਆਂ ਹੋਈਆਂ। ਤੁਸੀਂ ਹੁਣ ਕੱਲਾ ਜੇ ਕਿਤੇ ਹਥਿਆਰ ਲੈ ਲਓ ਤਾਂ ਇਹਦਾ ਮਤਲਬ ਵੀ ਉਹਦੇ ਉੱਤੇ ਧਰਮ ਦੀ ਕੋਈ ਗੱਲ ਨਾ ਹੋਵੇ, ਕੋਈ ਕਿਰਦਾਰ ਦੀ ਗੱਲ ਨਾ ਹੋਵੇ, ਤਾਂ ਉਹ ਤਾਂ ਗੁੰਡਾਗਰਦੀ ਹੋ ਜਾਏਗੀ। ਇਸ ਕਰਕੇ ਸ਼ੂਟਿੰਗ ਰੇਂਜ ਸ਼ੁਰੂ ਕਰੋ। ਕਿਉਂ ਕਰੋ ਸ਼ੂਟਿੰਗ ਰੇਂਜ ਸ਼ੁਰੂ? ਕਿਸ ਗੱਲ ਲਈ ਕਰੋ? ਲੋਕਾਂ ਦੀ ਰੋਟੀ ਦਾ ਇੰਤਜ਼ਾਮ ਕਰੋ, ਲੋਕਾਂ ਦੇ ਪੜ੍ਹਾਉਣ ਦਾ ਗੱਲ ਕਰੋ। ਕਿੱਡੀਆਂ ਖਿਆਲੀਆਂ ਖਾਬੋ ਅਤੇ ਕਿਵੇਂ ਹਵਾਈ ਕਿਲੇ ਅਤੇ ਸ਼ੇਖ ਚਿਲੀ ਗੱਲਾਂ ਹੋ ਰਹੀਆਂ। ਬਾਹਰ ਜਾ ਕੇ ਉੱਥੇ ਦੁਨੀਆ ਦੀ ਇਕਨੋਮੀ 'ਤੇ ਕਬਜ਼ਾ ਕਰ ਲਓ,
ਇੱਥੋਂ ਬਾਹਰ ਜਾ ਕੇ ਫਿਰ ਉੱਥੇ ਜਦੋਂ ਇਕਨੋਮੀ ਤੇ ਕਬਜ਼ਾ ਹੋ ਗਿਆ ਤੇ ਫਿਰ ਤੁਹਾਨੂੰ ਕਿਹੜਾ ਬੁਲਾ ਸਕੂ, ਫਿਰ ਤੁਹਾਡਾ ਰਾਜ ਹੋ ਜੂ ਦੁਨੀਆ 'ਚ। ਵੀ ਤੁਸੀਂ ਇੱਥੇ ਤਾਂ 2% ਹੋ, ਬਾਹਰਲੇ ਮੁਲਕਾਂ ਵਿੱਚ ਤੁਸੀਂ ਕਿਤੇ ਕਿਤੇ 1% ਵੀ ਨਹੀਂ ਜਾ ਕੇ। ਕੈਨੇਡਾ ਤੋਂ ਬਿਨਾ ਹੋਰ ਕਿਸੇ ਥਾਂ ਉੱਤੇ ਤੁਹਾਡੀ ਕੋਈ ਗਿਣਤੀ ਨਹੀਂ ਹੈ। ਉੱਥੇ ਤੁਸੀਂ ਆਟੇ 'ਚ ਲੂਣ ਵੀ ਨਹੀਂ ਹੈ, ਤੁਸੀਂ ਜਾ ਕੇ ਉਹਨਾਂ ਦੀਆਂ ਇਕਨੋਮੀਆਂ 'ਤੇ ਕਬਜ਼ਾ ਕਿਵੇਂ ਕਰ ਲਓਗੇ? ਬਿਨੇ ਖਾਬੋ ਖਿਆਲ ਐਵੇਂ ਪਤਾ ਨਹੀਂ ਕਿਸ ਕਿਸਮ ਦੇ ਇਹੋ ਜਿਹੇ ਖਾਬ ਲੋਕਾਂ ਨੂੰ ਝੂਠੇ ਖਾਬ ਦਿਖਾ ਰਹੇ ਆ। ਇਹ ਬਿਲਕੁਲ ਜਥੇਦਾਰ ਦਾ ਫਰਜ਼ ਨਹੀਂ ਬਣਦਾ ਇਹੋ ਜਿਹੀਆਂ ਗੱਲਾਂ ਕੀਤੀਆਂ ਜਾਣ ਜਿਨ੍ਹਾਂ ਨਾਲ ਕਿ ਲੋਕ ਗੁੰਮਰਾਹ ਹੋਣ। ਇਸ ਕਰਕੇ ਜਥੇਦਾਰ ਨੂੰ ਸਾਡੀ ਇਹ ਬੇਨਤੀ ਹੈ, ਇਸ ਕਰਕੇ ਵੀ ਚਾਹੀਦਾ ਇਹ ਆ ਵੀ ਜਥੇਦਾਰ ਇਮਾਨਦਾਰੀ ਦਾ ਪੱਲਾ ਫੜੇ। ਪਹਿਲਾਂ ਆਪਣੇ ਸਮਾਜ ਦੇ ਦੇਖੋ, ਜਿਹੜੇ ਸਮਾਜ ਵਿੱਚੋਂ ਜਥੇਦਾਰ ਆ ਰਿਹਾ ਉਹ ਸਮਾਜ ਦਾ ਹਾਲ ਕੀ ਹੈ, ਆਪਦੇ ਆਲੇ ਦੁਆਲੇ ਵਾਲੇ ਸਾਰੇ ਲੋਕਾਂ ਦਾ ਦੇਖ ਲਿਖ ਨਾ ਉਹ ਸਮਾਜ ਦਾ ਹਾਲ ਕੀ ਹੈ, ਉਸ ਦਲਿਤ ਸਮਾਜ ਦਾ ਕੀ ਹਾਲ ਹੈ। ਸਾਰੇ ਬੰਦੇ ਭੱਜਣਗੇ, ਸਾਰੇ ਜਾਣਗੇ, ਕ੍ਰਿਸਚਨ ਬਣਨਗੇ, ਬਲਕਿ ਜਿਸ ਤਰੀਕੇ ਦੀ ਕਰਪਸ਼ਨ ਸ਼੍ਰੋਮਣੀ ਗੁਰਦੁਆਰਾ ਕਮੇਟੀ 'ਤੇ ਹੈ, ਜਿਸ ਧੱਕੇ ਨਾਲ ਅਕਾਲੀ ਦਲ ਹਜੇ ਨੂੰ ਲਾਗੂ ਕਰੀ ਬੈਠਾ, ਜਿਹੜੀ ਕਿ ਸੈਕਸ ਸਕੈਂਡਲ ਵਿੱਚ ਫੜੀ ਗਿਆ ਉਹਦਾ ਸਾਰਾ ਅਦਾਰਾ, ਉਹਦਾ MD ਸਾਲਾ ਜੇਲ੍ਹ 'ਚ ਹਜੇ ਤੱਕ ਕਬਜ਼ਾ ਕੀਤਾ ਹੋਇਆ। ਜਿਸ ਤਰੀਕੇ ਨਾਲ ਤੁਸੀਂ ਉਹਨੂੰ ਆਪਦੀ ਕਾਰਪੋਰੇਸ਼ਨ ਬਣਾ ਕੇ ਚਲਾ ਰਹੇ ਹੋ ਤੇ ਫਿਰ ਕਹਿੰਦੇ ਹੋ ਲੋਕ ਧਰਮ ਨਾਲ ਜੁੜੇ ਰਹਿਣ, ਬਿਲਕੁਲ ਫਜ਼ੂਲ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਇਸ ਕਰਕੇ ਜਥੇਦਾਰ ਨੂੰ ਚਾਹੀਦਾ ਵੀ ਉਹ ਥੋੜ੍ਹੀ ਜਿਹੀ ਇਮਾਨਦਾਰੀ ਨਾਲ ਗੱਲ ਕਰ ਲੋਕਾਂ ਨੂੰ ਦੇਵੇ ਧਰਮ ਦਾ ਸੁਨੇਹਾ, ਕਿਰਦਾਰ ਦੀ ਉਸਾਰੀ ਦਾ ਸੁਨੇਹਾ ਦੇਵੇ। ਫਿਰ ਇਹ ਸਾਰਾ ਕੁਝ ਜਿਹੜੀ ਟ੍ਰੇਨਿੰਗ ਆ ਸਭ ਵਿੱਚੇ ਆ ਜਾਂਦੀ ਹੁੰਦੀ ਹੈ। ਤੁਸੀਂ ਇਹ ਕਹਿ ਰਹੇ ਹੋ ਵੀ ਜੋ ਬਾਰਡਰ ਏਰੀਆ ਦੇ ਵਿੱਚ ਲੋਕ ਧਰਮ ਬਦਲ ਰਹੇ ਨੇ, ਉਹਦੇ ਪਿੱਛੇ ਵੀ SGPC ਦਾ ਹੀ ਹੱਥ ਹੈ ਵੀ ਉਹਨਾਂ ਨੇ ਆਪਣਾ ਸਹੀ ਕੰਮ ਜਾਂ ਆਪਣੀ ਉਸ ਜੋ ਇੱਕ ਪ੍ਰਚਾਰ ਹੋਣਾ ਚਾਹੀਦਾ ਸੀ SGPC ਦਾ, ਸਿੱਖੀ ਤੋਂ ਨਹੀਂ ਹੋ ਪਾਇਆ। ਹਾਂ ਬਿਲਕੁਲ ਨਹੀਂ ਹੋਇਆ। ਸ਼੍ਰੋਮਣੀ ਕਮੇਟੀ ਦਾ ਤਾਂ ਪ੍ਰਚਾਰ ਹੁੰਦਾ ਹੀ ਨਹੀਂ ਕਿਤੇ, ਕੋਈ ਗੱਲ ਹੀ ਨਹੀਂ ਹੈ। ਪ੍ਰਚਾਰ ਕਿੱਥੇ ਹੋ ਰਿਹਾ ਸ਼੍ਰੋਮਣੀ ਕਮੇਟੀ ਦਾ? ਇਹਨਾਂ ਦਾ ਆਪ ਦਾ ਡਾਕੂਮੈਂਟ ਅਕਾਲੀ ਦਲ ਦਾ ਜਿਹੜਾ ਉਹਨਾਂ ਨੇ ਬਣਾਇਆ ਸੀ, ਅਸੀਂ ਕਿਹੜੀ ਗੱਲ ਕਰਕੇ ਇਲੈਕਸ਼ਨ ਹਾਰ ਗਏ ਹਾਂ, ਇਹਨਾਂ ਦਾ ਡਾਕੂਮੈਂਟ ਇੰਡੀਅਨ ਐਕਸਪ੍ਰੈਸ 'ਚ ਸਾਰੀ ਖਬਰ ਛਪ ਗਈ। ਇਹਨਾਂ ਨੇ ਕਿਹਾ ਵੀ SGPC ਜਿਹੜੀ ਕਮੇਟੀ ਹੈ ਉਹ ਤਾਂ ਆਪਣਾ SGPC ਆਪਦਾ ਧਰਮ ਪ੍ਰਚਾਰ ਕਰਨ 'ਚ ਫੇਲ ਹੋ ਗਈ ਤੇ ਕਨਵਰਸ਼ਨ ਹੋ ਰਹੀ ਹੈ। ਇਹਨਾਂ ਨੇ ਵਧਾ ਚੜਾ ਕੇ ਗੱਲ ਕੀਤੀ ਹੈ, ਪਰ ਐਡਮਿਟ ਤਾਂ ਇਹਨਾਂ ਨੇ ਕੀਤਾ, ਮੰਨਿਆ ਤਾਂ ਹੈ ਵੀ ਅਸੀਂ SGPC ਸ਼੍ਰੋਮਣੀ ਕਮੇਟੀ ਜਿਹੜੀ ਧਰਮ ਦਾ ਪ੍ਰਚਾਰ ਕਰਨ ਤੋਂ ਪਿੱਛੇ ਹਟ ਗਈ ਹੈ। ਤੁਹਾਡੇ ਤਾਂ ਸਾਰੇ ਹਜੇ ਤੱਕ ਤੁਹਾਡਾ ਜਿਹੜਾ ਧਰਮ ਦਾ ਪ੍ਰਚਾਰ ਹੈ, ਜਿਹੜੀ ਗੁਰਬਾਣੀ ਨੂੰ ਪ੍ਰਚਾਰ ਤੇ ਪ੍ਰਸਾਰ ਕਰਦੀ ਆ, ਉਹ ਤਾਂ ਸਾਰਾ ਵਪਾਰ ਦਾ ਸੌਦਾ ਬਣਾਇਆ ਵਾ। ਉਹਦਾ ਹੈਗਾ ਵੀ SGP ਜਿਹੜਾ ਹੈ ਉਹ ਕਰੋੜਾਂ ਰੁਪਏ ਉਹਦੇ 'ਚੋਂ ਕਮਾਈ ਜਾਂਦਾ ਤੇ ਲੋਕਾਂ ਨੂੰ ਕਹੀ ਜਾਂਦੇ ਵੀ ਕਿਸੇ ਨੂੰ ਪਤਾ ਹੀ ਨਹੀਂ ਹੈ ਸਾਰੀ ਗੱਲ ਦਾ, ਤੇ ਲੋਕ ਮੰਨ ਜਾਣਗੇ। ਇਸ ਕਰਕੇ ਬਾਕੀ ਰਹਿ ਗਿਆ ਜਿੱਥੋਂ ਤੱਕ ਮਸਜਿਦਾਂ ਦੀ ਸਵਾਲ, ਮਸਜਿਦਾਂ ਲੋਕ ਆਪਣੇ ਆਪ ਜਿਹੜੀਆਂ 70-80 ਸਾਲ ਪਹਿਲਾਂ ਛੱਡ ਕੇ ਇੱਥੇ ਮੁਸਲਮਾਨ ਭਰਾ ਚਲੇ ਗਏ ਸੀ, ਉਹ ਲੋਕ ਮੁਰੰਮਤ ਕਰਕੇ ਦਿੰਦੇ ਆ ਤੇ ਲੋਕਾਂ ਦਾ ਹੱਕ ਹੈ ਮੁਰੰਮਤ ਕਰਕੇ ਦੇਣ ਉਹਨਾਂ ਦੀ। ਜਿਸ ਆ ਕੇ ਉਹ ਮੰਗ ਕਰਦੇ ਆ ਤੇ ਉਹ ਠੀਕ ਹੈ। ਕੀ ਇਹਦੇ 'ਚ ਮਸਜਿਦਾਂ ਨਵੀਆਂ ਨਹੀਂ ਬਣ ਰਹੀਆਂ? ਸਾਰੀ ਦੀ ਸਾਰੀ ਜਿਹੜੀ ਪ੍ਰਚਾਰ ਹੈ, ਜਿਹੜਾ ਅਕਾਲ ਤਖਤ ਨੇ ਅੱਜ ਦਾ ਸੁਨੇਹਾ ਦਿੱਤਾ, ਅਕਾਲ ਤਖਤ ਦੇ ਜਥੇਦਾਰ ਨੇ, ਇਹ ਸਾਰਾ BJP ਦੀ ਲਾਈਨ ਹੈ। ਇਹ BJP ਦੀ ਲਾਈਨ ਤੋਂ ਬੋਲ ਰਿਹਾ ਸਾਰਾ ਕੁਝ। ਇਹ ਜਥੇਦਾਰ ਨੂੰ ਚਾਹੀਦਾ ਵੀ BJP ਦੀ ਲਾਈਨ ਨਾ ਛੱਡੇ। ਜੇ ਅਕਾਲੀ ਦਲ ਨੇ BJP ਨਾਲ ਜਾਣਾ ਤਾਂ ਜਾਂਦਾ ਰਹੇ, ਉਹਦਾ ਪਹਿਲਾਂ ਵੀ 25-30 ਸਾਲ ਦਾ ਉਹਦੇ ਨਾਲ ਸੰਬੰਧ ਹੈ ਤੇ ਉਹ ਰੱਖੇ ਆਪਦਾ ਸੰਬੰਧ। ਅਕਾਲ ਤਖਤ ਦਾ ਜਥੇਦਾਰ ਟੇਢੇ ਤਰੀਕੇ ਨਾਲ BJP ਦੀ ਲਾਈਨ ਨੂੰ ਦਾ ਪ੍ਰਚਾਰ ਨਾ ਕਰੇ। ਇਹ ਸਾਰੀ BJP ਦੀ ਲਾਈਨ ਹੈ। ਮੁਸਲਮਾਨਾਂ ਵਿਰੁੱਧ ਬੋਲਣਾ, ਉਹਨਾਂ ਦੀ ਮਸਜਿਦਾਂ ਵਿਰੁੱਧ ਬੋਲਣਾ ਤੇ ਈਸਾਈਆਂ ਵਿਰੁੱਧ ਬੋਲਣਾ। ਈਸਾਈ ਤਾਂ ਇਦੋਂ ਵੀ ਘੱਟ ਹੈ, ਉਹ ਤਾਂ ਸਾਰੇ ਦੇਸ਼ ਵਿੱਚ 1% ਤੋਂ ਵੀ ਘੱਟ ਹੈ ਤੇ ਉਹ ਤਾਂ ਕਿਤੇ ਮੁਸਲਮਾਨ ਤਾਂ ਹਜੇ 15% 20% ਇੱਥੇ ਹੈਗੇ ਆ। ਇਸ ਕਰਕੇ ਤੁਸੀਂ ਉਹ ਜਿਹੜੇ ਜਮਾਂ ਵਿਚਾਰੇ ਪਛੜੇ ਵੇ ਦਬੇ ਹੋਏ ਬਹੁਤ ਹੀ ਘੱਟ ਗਿਣਤੀ ਦੇ ਲੋਕ ਆ, ਤੁਸੀਂ ਉਹਨਾਂ 'ਤੇ ਅਟੈਕ ਕਰੀ ਜਾਂਦੇ ਹੋ। ਉਹੀ BJP ਕਰਦੀ ਹੈ, ਉਹੀ ਤੁਹਾਡਾ ਟਾਰਗੇਟ ਹੈ ਜਿਹੜਾ BJP ਦਾ ਟਾਰਗੇਟ ਹੈ। ਮੁਸਲਮਾਨ ਵੀ BJP ਦਾ ਟਾਰਗੇਟ ਹੈ, ਕ੍ਰਿਸਚਨ ਵੀ, ਈਸਾਈ ਵੀ BJP ਦਾ ਟਾਰਗੇਟ ਹੈ ਤੇ ਅਕਾਲ ਤਖਤ ਜਥੇਦਾਰ ਦਾ ਟਾਰਗੇਟ ਵੀ ਉਹੀ ਦੋਨੋਂ ਹੈ। ਤੇ ਹਥਿਆਰ ਦੀ ਟ੍ਰੇਨਿੰਗ ਉਹ ਕਰਾ ਰਹੇ, ਆਪਦੇ ਕਿਰਪਾਨਾਂ ਨੂੰ ਲੈ ਕੇ ਗਏ ਸੀ ਸਾਰੇ ਪਿਛਲੇ ਦਿਨਾਂ ਦੇ ਵਿੱਚ, ਫੜੀਆਂ ਗਈਆਂ ਸਾਰੀਆਂ, ਉਹ ਲੈ ਰਹੇ ਆ, ਉਹੀ ਤੁਸੀਂ ਕਰ ਰਹੇ ਹੋ ਵੀ ਹਥਿਆਰਾਂ ਦੀ ਟ੍ਰੇਨਿੰਗ ਕਰੋ। ਤੇ ਫਿਰ ਜਦੋਂ ਫਿਰ ਸੰਤ ਭਿੰਡਰਾਂ ਵਾਲਿਆਂ ਨੂੰ ਤੁਸੀਂ ਕਿਉਂ ਨਿੰਦਦੇ ਸੀ? ਸਾਰੇ ਅਕਾਲੀ ਦਲ ਨੇ ਉਹਨੂੰ ਸਾਰਾ ਉਹਦੀ 20 ਸਾਲ ਤਾਂ 30 ਸਾਲ ਤਾਂ ਉਹਦੀ ਮੈਮੋਰੀਅਲ ਨਹੀਂ ਬਣਾਉਣ ਦਿੱਤਾ, ਯਾਦਗਾਰ ਨਹੀਂ ਬਣਾਉਣ ਦਿੱਤੀ ਦਰਬਾਰ ਸਾਹਿਬ ਦੇ ਵਿੱਚ। 20 ਸਾਲਾਂ ਦੇ ਬਾਅਦ ਜਦੋਂ ਉਹਦਾ ਟਕਸਾਲ ਦਾ ਮੁਖੀ ਉਹਦੇ ਨਾਲ ਜੁੜ ਗਿਆ ਤਾਂ ਬਣਾਉਣ ਦੇਤੀ। ਅਕਾਲੀ ਦਲ ਦਾ ਉਹ ਦੇ ਵੋਟ ਬੈਂਕ ਦੇ ਨਾਲ ਜੁੜ ਗਿਆ ਜਾਂ ਵੋਟ ਬੈਂਕ ਦੇ ਨਾਲ ਉਹ ਸਾਰਾ ਕੁਛ। ਇਹ ਸਾਰੇ ਜਿਹੜੇ ਪੋਲੀਟਿਕਸ ਹੈ, ਇਹ ਪੋਲੀਟਿਕਸ ਕਮ ਸੇ ਕਮ ਅਕਾਲ ਤਖਤ ਜਥੇਦਾਰ ਦੇ ਰਾਹੀਂ ਨਹੀਂ ਆਉਣੀ ਚਾਹੀਦੀ।
ਅਕਾਲੀ ਦਲ ਕਰਦਾ ਰਹੇ। ਇਸ ਕਰਕੇ ਜਥੇਦਾਰ ਦਾ ਫਰਜ਼ ਬਣਦਾ ਵੀ ਉਹ ਆਪਦੀ ਸਹੀ ਇਮਾਨਦਾਰੀ ਵਾਲੀ ਗੱਲ ਕਰੇ। ਉਹਦੀ ਸਾਰੀ ਗੱਲ ਵਿੱਚੋਂ ਬੀਜੇਪੀ ਝਲਕ ਰਹੀ ਹੈ, ਉਹਦੀ ਸਾਰੀ ਗੱਲ ਦੇ ਵਿੱਚੋਂ ਅਕਾਲੀ ਦਲ ਬਾਦਲ ਆ ਰਿਹਾ। ਹੁਣ ਸਰ ਅਹਿਮ ਸਵਾਲ ਹੈ ਕਿ ਜੋ ਗੱਲ ਕੀਤੀ ਜਾ ਰਹੀ ਹਥਿਆਰਾਂ ਨੂੰ ਲੈ ਕੇ, ਇਕਨੋਮਿਕ ਨੂੰ ਲੈ ਕੇ, ਦੂਸਰੇ ਪਾਸੇ ਤੁਸੀਂ ਕਹਿ ਰਹੇ ਮਸਜਿਦ ਦੀ ਵੀ ਗੱਲ ਕੀਤੀ ਹੈ ਕਿ ਪੰਜਾਬ ਦਾ ਜੋ ਸਿੱਖ ਹੈ ਕਿ ਉਹਨਾਂ ਨੂੰ ਰੋਜ਼ਗਾਰ ਮਿਲ ਗਿਆ, ਕਿ ਪੰਜਾਬ ਦੇ ਸਿੱਖ ਨੂੰ ਪੂਰੀ ਸਿੱਖਿਆ ਮਿਲ ਰਹੀ ਹੈ ਇਸ ਸਮੇਂ, ਕਿ ਉਸ ਉੱਪਰ ਵੀ ਕੋਈ ਸਟੇਟਮੈਂਟ ਆਊਗੀ ਜਥੇਦਾਰ ਸਾਹਿਬ ਦੀ ਕਿ ਹਥਿਆਰ ਹੋ ਗਏ ਜਾਂ ਇਕਨੋਮਿਕ ਦੀ ਗੱਲ ਹੋ ਗਈ ਜਾਂ ਮਸਜਿਦਾਂ ਬਣ ਰਹੀਆਂ ਨੇ, ਇਸ ਉੱਪਰ ਸਟੇਟਮੈਂਟ। ਪਰ ਜੋ ਬਾਕੀ ਸਿੱਖਾਂ ਦੇ ਜੋ ਦਲਿਤ ਸਿੱਖ ਹੈਗੇ ਨੇ ਉਹ ਵੀ ਕਿਤੇ ਨਾ ਕਿਤੇ ਅੱਜ ਪਛੜੇ ਹੋਏ ਨੇ, ਉਹ ਵੀ ਤਾਂ ਨੌਕਰੀ ਮੰਗਦੇ ਨੇ, ਪੜ੍ਹਾਈ ਮੰਗਦੇ ਨੇ, ਕਿ ਉਸ ਉੱਪਰ ਵੀ ਕੋਈ ਸਟੇਟਮੈਂਟ ਆਏਗੀ? ਵੇਖੋ ਹਜੇ ਤੱਕ ਇਹਨਾਂ ਨੇ ਇਹ ਗੱਲ ਨਹੀਂ ਕਹੀ ਜੇ ਵੀ ਇੱਥੇ 50-60% ਸਿੱਖ ਬਹੁਤ ਭੁੱਖਾ ਮਰਦਾ, ਦਲਿਤ ਸਾਰੇ ਭੁੱਖੇ ਮਰ ਰਹੇ ਆ, ਬੁਰੇ ਹਾਲ ਹੈ, ਨੌਕਰੀਆਂ ਨਹੀਂ ਮਿਲ ਰਹੀਆਂ, ਸਾਰੇ ਬੇਰੁਜ਼ਗਾਰੀ ਹੈ। ਕੋਈ ਗੱਲ ਨਹੀਂ ਬੇਰੁਜ਼ਗਾਰੀ ਕੀਤੀ, ਇਹਨੂੰ ਕਿਵੇਂ ਦਿਸ ਗਿਆ ਜਾ ਕੇ ਤਾਂ ਜਥੇਦਾਰ ਨੂੰ ਵੀ ਦੂਜੇ ਦੇਸ਼ਾਂ 'ਚ ਤੁਸੀਂ ਉਹਨਾਂ ਦੇ ਆਰਥਿਕ ਰਿਸੋਰਸਿਸ 'ਤੇ ਕਬਜ਼ਾ ਕਰ ਲਓਗੇ। ਤੁਸੀਂ ਬਹੁਤੇ ਜ਼ਿਆਦਾ ਸਾਡੇ ਮੈਜੋਰਿਟੀ ਬਾਹਰਲੇ ਮੁਲਕਾਂ ਜਾ ਕੇ ਦੇਖੋ, ਬਹੁਤੇ ਜ਼ਿਆਦਾ ਜਿਹੜੇ ਸਾਡੇ ਸਿੱਖ ਗਏ ਵੇ ਆ ਵਿਚਾਰੇ ਛੋਟੇ ਕੰਮ ਕਰਦੇ ਆ। ਹੁਣ ਜਿਹੜੇ 8-10-20 ਸਾਲਾਂ ਦੇ ਜਾਣ ਲੱਗੇ ਆ ਉਹਨਾਂ ਦਾ ਤਾਂ ਜੇ ਪੈਰ ਨਹੀਂ ਜੰਮੇ ਬਹੁਤਿਆਂ ਦੇ। ਸਾਰੇ ਮੁਲਕਾਂ ਵਿੱਚ ਉਹ ਛੋਟੇ ਕੰਮ ਕਰਕੇ ਗੁਜ਼ਾਰਾ ਕਰਦੇ ਆ। ਕੁਝ ਬਿਜ਼ਨਸਮੈਨ ਹੈਗੇ ਆ, ਪਰ ਉਹਨਾਂ ਬਿਜ਼ਨਸਮੈਨ ਨੂੰ ਅਸੀਂ ਜਰਨਲਾਈਜ਼ ਕਰਕੇ ਇਹ ਨਹੀਂ ਕਹਿ ਸਕਦੇ, ਉਹਨਾਂ ਨੂੰ ਦੇਖ ਕੇ ਇਹ ਨਹੀਂ ਕਰ ਸਕਦੇ ਸਾਰੇ ਸਿੱਖ ਇੰਨੇ ਅਮੀਰ ਆ ਬਾਹਰ। ਬੰਦਿਆਂ ਤੋਂ ਤਾਂ ਟਿਕਟ ਨਹੀਂ ਵਾਪਸ ਆਉਣ ਦੀ ਬਣਦੀ, ਬਥੇਰੇ ਬੰਦੇ ਤਾਂ ਉੱਥੇ ਹੀ ਬੈਠੇ ਰਹਿੰਦੇ ਆ। ਇੱਥੇ ਮੁਲਕ 'ਚ ਵਾਪਸ ਆਉਣ ਦੀ ਟਿਕਟ ਨਹੀਂ ਮਿਲਦੀ, ਬਣਦੀ ਉਹਨਾਂ ਤੋਂ ਪੈਸੇ ਨਹੀਂ ਇਕੱਠੇ ਹੁੰਦੇ। ਇਹੋ ਜਿਹੇ ਵੀ ਸਿੱਖ ਉੱਥੇ ਬੈਠੇ ਆ। ਇਹੋ ਜਿਹੀਆਂ ਜਿਹੜੀਆਂ ਖਾਮ ਖਿਆਲੀਆਂ, ਇਹੋ ਜਿਹੇ ਜਿਹੜੇ ਖਾਬ ਦਿਖਾਈ ਜਾਂਦੇ ਆ ਵੀ ਉੱਥੇ ਜਾ ਕੇ ਅਸੀਂ ਕੁਛ ਸਾਲਾਂ 'ਚ ਕਬਜ਼ਾ ਕਰ ਲਵਾਂਗੇ। ਦੱਸੇ ਵੀ ਕਿਸ ਕਬਜ਼ਾ? ਆਰਥਿਕ ਹਾਲਤ ਬਾਹਰਲੇ ਮੁਲਕਾਂ ਦੀ ਇੰਨੀ ਮਾੜੀ ਹੈ ਵੀ ਜਾ ਕੇ ਬੰਦੇ ਡਾਲਰ ਆ ਕਿਤੇ ਦਰਖਤਾਂ ਨਾਲ ਲੱਗੇ ਤੋੜ ਲੈਣਗੇ। ਉੱਥੇ ਤਾਂ ਬਹੁਤ ਬੁਰੇ ਹਾਲ ਹੋ ਰਿਹਾ, ਦਿਨੋਂ ਦਿਨ ਲੋਕਾਂ ਦੇ ਪੈਰ ਨਹੀਂ ਲੱਗਦੇ, ਬੁਰੇ ਹਾਲ ਹੈ। ਉੱਥੇ ਤਾਂ ਸਮੱਸਿਆ ਇਹ ਹੋ ਰਹੀ ਹੈ ਜਿਹੜੇ ਮੁੰਡੇ ਕੁੜੀਆਂ ਜਾ ਰਹੇ ਆ ਬੜੇ ਗਲਤ ਕੰਮਾਂ ਵਿੱਚ ਸ਼ਾਮਲ ਹੋ ਰਹੇ ਆ। ਕਦੇ ਨਹੀਂ ਜਥੇਦਾਰ ਦਾ ਆਇਆ ਵੀ ਇਹ ਭਾਈ ਗੱਲ ਉੱਥੇ ਗੁਰਦੁਆਰੇ ਜਿਹੜੇ ਹੈਗੇ ਆ ਉਹਨਾਂ ਕੋਲ ਪੈਸੇ ਵੀ ਹੈਗੇ ਆ ਵੀ ਉਹ ਭਾਈ ਉੱਥੋਂ ਵਾਲੇ ਬੰਦਿਆਂ ਦੀ ਹੈਲਪ ਕਰੋ, ਜਿਹੜੇ ਇੱਥੋਂ ਮੁੰਡੇ ਕੁੜੀਆਂ ਜਾਂਦੇ ਆ, ਕੋਈ ਮਦਦ ਕਰੋ ਸਾਰੀ। ਇਹੋ ਜਿਹੀ ਕਾਲਕੂਲ ਨਹੀਂ ਦਿੱਤੀ, ਕਦੇ ਵੀ ਇਹੋ ਜਿਹਾ ਸੱਦਾ ਨਹੀਂ ਦਿੱਤਾ। ਸੱਦਾ ਦੇਤਾ ਵੀ ਉੱਥੇ ਅਸੀਂ ਕਬਜ਼ਾ ਕਰ ਲਾਂਗੇ। ਇਹ ਕਿਹੜੇ ਇਹ ਸਬਜ਼ ਬਾਗ ਦਿਖਾ ਰਿਹਾ ਜਥੇਦਾਰ ਨੂੰ ਧਰਤੀ 'ਤੇ ਪੈਰ ਰੱਖਣੇ ਚਾਹੀਦੇ ਆ ਤੇ ਧਰਤੀ ਦੇ ਉੱਤੇ ਜ਼ਮੀਨ ਉੱਤੇ ਜਿਹੜੀ ਸੱਚਾਈ ਆ ਉਸੇ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਚਾਹੀਦਾ। ਮੇਰਾ ਇੱਕ ਆਖਰੀ ਸਵਾਲ ਹੈ ਕਿ ਜੋ ਲੋਕ ਨੇ, ਜੋ ਜਥੇਦਾਰ ਸਾਹਿਬ ਨੇ ਅੱਜ ਸਟੇਟਮੈਂਟ ਦਿੱਤੀ ਹੈ, ਸਪੀਚ ਦਿੱਤੀ ਹੈ, ਲੋਕ ਕਿੰਨਾ ਕੁ ਅਮਲ ਕਰਦੇ ਨੇ ਜਾਂ ਲੋਕ ਇਹਨੂੰ ਕਿੱਦਾਂ ਸੋਚਣਗੇ? ਤੁਸੀਂ ਤਾਂ ਆਪਦੀ ਗੱਲ ਰੱਖਤੀ ਹੈ, ਲੋਕ ਇਸ ਤਰੀਕੇ ਨੂੰ ਕਿੱਦਾਂ ਲੈਣਗੇ ਸਪੀਚ ਨੂੰ? ਮੈਂ ਨਹੀਂ ਪਤਾ ਵੀ ਲੋਕ ਆਪਣੇ ਕਿਵੇਂ ਤਰੀਕੇ ਨਾਲ ਨੇ, ਪਰ ਇਹ ਜਿਹੜੀ ਸਾਰੀ ਸਪੀਚ ਆ ਚੰਦਕ 6 ਤਰੀਕ ਨੂੰ ਲੋਕਾਂ ਦਾ ਗੁੱਸਾ ਹੁੰਦਾ, ਇਕੱਠ ਹੁੰਦਾ ਵੀ ਉਹ ਇਕੱਠ ਰੌਲਾ ਪਾ ਕੇ ਕੋਈ ਇੱਧਰ ਉੱਧਰ ਦੀ ਗੱਲ ਨਾ ਕਰਾਂ। ਮੈਂ ਉਹਨਾਂ ਦੇ ਮੇਚ ਦੀ ਗੱਲ ਕਰਦਾ, ਉਹਨਾਂ ਨਾਲ ਬਰਾਬਰ ਦੀ ਗੱਲ ਕਰਦੇ। ਇਹ ਉਹ ਇੱਕ ਅਸੀਂ ਅੰਗਰੇਜ਼ੀ 'ਚ ਕਹਿੰਦੇ ਪਲੇਇੰਗ ਟੂ ਦਾ ਗੈਲਰੀ। ਇਹ ਲੋਕਾਂ ਨੂੰ ਖੁਸ਼ ਕਰਨ ਲਈ, ਬਾਜ਼ਾਰ ਲੁੱਟਣ ਲਈ ਇਹੋ ਜਿਹੇ ਜਿਹੜੇ ਵੱਡੇ ਦਾਅਵੇ ਕੀਤੇ ਜਾਂਦੇ, ਇਹ ਬਾਜ਼ਾਰ ਲੁੱਟਣ ਵਾਲੀ ਗੱਲਬਾਤ ਹੈ ਤੇ ਇਹ ਪਲੇਇੰਗ ਟੂ ਦਾ ਗੈਲਰੀ ਹੈ। ਤੇ ਜਥੇਦਾਰ ਨੂੰ ਇਹੋ ਜਿਹੇ ਬਿਆਨ ਨਹੀਂ ਦੇਣੇ ਚਾਹੀਦੇ। ਲੋਕ ਕੀ ਸਮਝਣਗੇ? ਲੋਕ ਇੰਨੇ, ਮੈਂ ਨਹੀਂ ਸਮਝਦਾ ਵੀ ਸਿੱਖ ਇੰਨਾ ਬੁੱਧੂ ਹੈ ਤੇ ਉਹ ਬੈਠਾ ਇਹਦੀਆਂ ਗੱਲਾਂ ਨੂੰ ਬਹੁਤ ਵੱਡੇ ਇਹ 'ਤੇ ਕੋਈ ਅਮਲ ਚਾੜੂਗਾ ਤੇ ਸ਼ੂਟਿੰਗ ਰੇਂਜ ਪਿੰਡਾਂ 'ਚ ਬਣ ਜਾਊ। ਉਹ ਪਿੰਡਾਂ 'ਚ ਤਾਂ ਸਕੂਲ ਨਹੀਂ ਚੱਜ ਦੇ ਬੱਚਿਆਂ ਦੇ ਪੜ੍ਹਾਉਣ ਲਈ, ਸ਼ੂਟਿੰਗ ਰੇਂਜ ਬਣਾ ਦਿਓ। ਕਦੇ ਕੀਤਾ ਵੀ? ਤੁਹਾਡੀ ਪੰਜਾਬੀ ਬੋਲੀ ਵਿੱਚ 30 ਸਾਲ ਤੱਕ ਇੱਥੇ ਹੋ ਗਏ ਪੜ੍ਹਾਈ ਜਾਂਦੇ। ਗੁਰੂਆਂ ਦਾ ਸਾਰਾ ਵੱਖਰਾ ਇੱਥੇ ਜਿਹੜਾ ਸਕੂਲ ਐਜੂਕੇਸ਼ਨ ਬੋਰਡ ਹੈ ਪੰਜਾਬ ਦਾ ਹੀ, ਜਿਹਦੇ 'ਤੇ ਅਕਾਲੀ 'ਚ ਵੀ ਇੱਥੇ ਐਜੂਕੇਸ਼ਨ ਮਿਨਿਸਟਰ ਰਹੇ ਆ ਸਾਰਾ ਲੰਬਾ ਸਮਾਂ, 15 ਸਾਲ ਉਹਨਾਂ ਨੇ ਰਾਜ ਕੀਤਾ। ਉਹਦੇ ਵਿੱਚ ਗੁਰੂਆਂ ਨੂੰ ਕਈ ਥਾਈਂ ਗੁਰੂ ਤੇਗ ਬਹਾਦਰ ਜੀ ਨੂੰ ਚੋਰ ਲੈਵਲ 'ਤੇ ਦੱਸਿਆ ਜਾਂਦਾ, ਕਈ ਵਾਰੀ ਲੁਟੇਰੇ ਲੈਵਲ 'ਤੇ ਪੇਸ਼ ਕੀਤਾ, ਕਿਤਾਬਾਂ 'ਚ ਲਿਖਿਆ ਪਿਆ ਸਾਰਾ ਕੁਝ। ਹੁਣ ਤਾਂ ਉਹਦੇ 'ਤੇ ਪ੍ਰੋਟੈਸਟ ਹੋਇਆ ਲੋਕਾਂ ਨੂੰ। ਇਹ ਤਾਂ ਗੁਰੂਆਂ ਦੀ ਇੱਥੇ ਸਹੀ ਹਿਸਟਰੀ ਨਹੀਂ ਲਿਖਾ ਸਕੇ। ਇਹ ਜਥੇਦਾਰ ਨੂੰ ਪਤਾ ਨਹੀਂ, ਸਕੂਲ ਖਾਲੀ ਪਏ ਆ, ਲੋਕਾਂ ਦੇ ਬੁਰੇ ਹਾਲ ਹੈ, ਕਿਸਾਨ ਆਤਮ ਹੱਤਿਆਵਾਂ ਕਰ ਰਹੇ ਆ ਤੇ ਸਾਰਾ ਹਜੇ ਤੱਕ ਲਗਾਤਾਰ ਚੱਲ ਰਹੀਆਂ ਸਾਰਾ ਕੁਝ। ਇਹੋ ਜਿਹੇ ਹਾਲਾਤ ਇਹਨੂੰ ਦਿਖਾਈ ਨਹੀਂ ਦਿੰਦੇ। ਐਵੇਂ ਖਾਬੋ ਖਿਆਲ ਪਤਾ ਨਹੀਂ ਕਿਹੜੀ ਦੁਨੀਆ ਨੂੰ, ਕਿਹੜੇ ਇਹ ਮੱਧ ਵਰਗੀ ਜਾਂ ਹੋਰ ਜਿਹੜੇ ਲੋਕ ਆ ਉਹਨਾਂ ਨੂੰ ਖੁਸ਼ ਕਰਨ ਲਈ ਇਹ ਬਿਆਨ ਦਿੱਤਾ। ਇਹ ਜਥੇਦਾਰ ਨੂੰ ਹੀ ਪਤਾ ਹੋਏਗਾ ਕਿ ਜਥੇਦਾਰ ਸਾਹਿਬ ਦਾ ਬਿਆਨ ਜੋ ਅੱਜ ਜਸਪਾਲ ਸਿੰਘ ਸਿੱਧੂ ਕਹਿ ਰਹੇ ਨੇ ਕਿ ਵਾਕਈ ਪੰਜਾਬ ਦੇ ਵਿੱਚ ਸਿੱਖ ਜਿਹੜਾ ਹੈ ਉਹ ਆਤਮ ਹੱਤਿਆ ਕਰਨ ਤੋਂ ਰੁਕ ਗਿਆ, ਕਿਸਾਨ ਆਤਮ ਹੱਤਿਆ ਕਰਨ ਤੋਂ ਰੁਕ ਗਿਆ, ਕਿ ਦਲਿਤਾਂ ਨੂੰ ਉਹ ਅਹੁਦਾ ਜਾਂ ਦਲਿਤਾਂ ਨੂੰ ਉਹ ਲੈਵਲ ਮਿਲ ਗਿਆ ਜੋ ਲੈਵਲ ਅਸੀਂ ਸਾਰਿਆਂ ਨੂੰ ਇੱਕ ਬਰਾਬਰ, ਇੱਕ ਸਮਾਨ 'ਤੇ ਸਮਝਦੇ ਸੀ।